ਕੈਨੇਡਾ ਤੋਂ ਬਾਅਦ ਅਮਰੀਕਾ ਚੋਂ ਖੁਲਾਸਾ। ਅਮਰੀਕਾ ਸਰਕਾਰ ਨੇ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਨਾਕਾਮ। ਭਾਰਤ ਨੂੰ ਕੀਤੀ ਤਾੜਨਾ। ये नया भारत है, हम घर में घुसकर मारेंगे। ਇਹ ਲਾਈਨਾਂ ਦਰਸ਼ਕਾਂ ਨੇ ਭਾਰਤੀ ਨਿਊਜ਼ ਚੈਨਲਾਂ ਤੋਂ ਕਈ ਵਾਰ ਸੁਣੀਆਂ ਹੋਣਗੀਆਂ। ਜਦੋਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉਦੋਂ ਵੀ ਇਹਨਾਂ ਹਿੰਦੀ ਚੈਨਲਾਂ ਦੇ ਹਿੰਦੂਵਾਦੀ ਐਂਕਰ ਚੌੜ ਵਿੱਚ ਦੱਸ ਰਹੇ ਸਨ ਕਿ ਨਵੇਂ ਭਾਰਤ ਨੇ ਆਪਣੇ ਦੁਸ਼ਮਣਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਮਾਰਨਾ ਸ਼ੁਰੂ ਕਰ ਦਿੱਤਾ ਹੈ। ਪਰ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਵਿੱਚ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੁਨੀਆ ਭਰ ਵਿੱਚ ਭਾਰਤੀ ਸਟੇਟ ਦਾ ਚਿਹਰਾ ਬੇਨਕਾਬ ਕਰ ਦਿੱਤਾ ਤਾਂ ਮੋਦੀ ਜੱਬਨ ਵਾਲੇ ਗੋਦੀ ਚੈਨਲ ਬੁਖਲਾ ਗਏ। ਫਿਰ ਵੀ ਕੈਨੇਡਾ ਦੇ ਵਿਰੁੱਧ ਬੜੀਆਂ ਗਿੱਦੜ ਭਬਕਾਂ ਮਾਰੀਆਂ ਗਈਆਂ। ਭਾਰਤ ਸਰਕਾਰ ਨੇ ਵੀ ਇਸ ਤਰ੍ਹਾਂ ਦਾ ਵਿਹਾਰ ਕੀਤਾ ਕਿ ਜਿਵੇਂ ਕੈਨੇਡਾ ਉਸ ਦੇ ਸਾਹਮਣੇ ਕੁਝ ਵੀ ਨਹੀਂ ਅਤੇ ਇਸ ਦਾ ਛੇਤੀ ਹੀ ਮੱਕੂ ਠੱਪ ਦਿੱਤਾ ਜਾਵੇਗਾ। ਪਰ ਮੱਕੂ ਕਿਸ ਦਾ ਠੱਪਿਆ ਜਾਣਾ ਹੈ ਇਹ ਗੋਦੀ ਚੈਨਲਾਂ ਦੇ ਐਂਕਰ ਤੈਅ ਨਹੀਂ ਕਰ ਸਕਦੇ, ਇਹ ਹਾਲਾਤਾਂ ਨੇ ਤੈਅ ਕਰਨਾ ਹੈ। ਹੁਣ ਜਦੋਂ ਅਮਰੀਕਾ ਨੇ ਆਪਣੇ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਵਾਉਣ ਦੀ ਭਾਰਤੀ ਸਾਜ਼ਿਸ਼ ਨੂੰ ਨਾਕਾਮ ਕੀਤੇ ਜਾਣ ਦਾ ਖੁਲਾਸਾ ਕੀਤਾ ਹੈ, ਕਈ ਸਬੂਤ ਵੀ ਸਾਹਮਣੇ ਰੱਖ ਦਿੱਤੇ ਹਨ। ਨਾ ਤਾਂ ਗੋਦੀ ਚੈਨਲ ਬੜਕਾ ਮਾਰ ਰਹੇ ਹਨ ਤੇ ਨਾ ਹੀ ਮੋਦੀ ਸਰਕਾਰ ਦੇ ਮੰਤਰੀ। ਇਹ ਮਾਮਲਾ ਭਾਵੇਂ ਜੂਨ 2023 ਦਾ ਹੀ ਹੈ, ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਤੁਰੰਤ ਬਾਅਦ ਦਾ, ਪਰ ਇਸ ਦੀਆਂ ਕੁਝ ਪਰਤਾਂ ਹੁਣ ਖੁੱਲ੍ਹ ਕੇ ਸਾਹਮਣੇ ਆਈਆਂ ਹਨ। ਸਭ ਤੋਂ ਪਹਿਲਾਂ ਇੰਗਲੈਂਡ ਦੀ ਫਾਈਨੈਂਸ਼ੀਅਲ ਟਾਈਮਜ਼ ਨੇ ਫਰੰਟ ਪੇਜ ਤੇ ਇਹ ਰਿਪੋਰਟ ਛਾਪੀ ਕਿ ਅਮਰੀਕਾ ਦੀ ਸਰਕਾਰ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਕੇ ਇਸ ਨੂੰ ਨਾਕਾਮ ਵੀ ਕੀਤਾ। ਭਾਰਤੀ ਹਕੂਮਤ ਨੂੰ ਤਾੜਨਾ ਵੀ ਕੀਤੀ ਅਤੇ ਇੱਕ ਭਾਰਤੀ ਵਿਰੁੱਧ ਅਦਾਲਤ ਵਿੱਚ ਸੀਲਬੰਦ ਲਿਫਾਫੇ ਰਾਹੀਂ ਕੇਸ ਵੀ ਫਾਈਲ ਕਰ ਦਿੱਤਾ ਹੈ। ਅਖਬਾਰ ਦੇ ਮੁਤਾਬਿਕ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਸੰਬੰਧੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵਿਰੋਧ ਵੀ ਪ੍ਰਗਟ ਕੀਤਾ ਅਤੇ ਚੇਤਾਵਨੀ ਵੀ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕੇਸ ਦੀਆਂ ਪਰਤਾਂ ਅਜੇ ਹੋਰ ਖੁੱਲਣਗੀਆਂ ਅਤੇ ਪਰਤਾਂ ਛੇਤੀ ਹੀ ਖੁੱਲਣ ਲੱਗ ਪਈਆਂ। ਹੁਣ ਤੱਕ ਸਾਹਮਣੇ ਆਏ ਤੱਥਾਂ ਮੁਤਾਬਕ ਗੁਜਰਾਤ ਦਾ ਇੱਕ ਹਥਿਆਰਾਂ ਤੇ ਨਸ਼ਿਆਂ ਦਾ ਸਮਗਲਰ ਨਿਖਿਲ ਗੁਪਤਾ ਜੋ ਅਮਰੀਕਾ ਵਿੱਚ ਰਹਿ ਰਿਹਾ ਸੀ ਨੂੰ ਭਾਰਤ ਦੇ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਤੂੰ ਕਿਸੇ ਭਾੜੇ ਦੇ ਕਾਤਲ ਰਾਹੀਂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਵਾ ਦੇਵੇਂ ਤਾਂ ਗੁਜਰਾਤ ਵਿੱਚ ਤੇਰੇ ਤੇ ਚੱਲ ਰਹੇ ਕੇਸ ਖਤਮ ਕਰ ਦਿੱਤੇ ਜਾਣਗੇ। ਅਦਾਲਤ ਵਿੱਚ ਚੱਲਦੇ ਕੇਸ ਖਤਮ ਕਰ ਦਿੱਤੇ ਜਾਣਗੇ। ਡੀਲ ਵਿਚਲੀ ਇਹ ਗੱਲ ਨੋਟ ਕਰਨ ਵਾਲੀ ਹੈ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਭਾਰਤ ਦੀ ਨਿਆਂ ਪ੍ਰਣਾਲੀ ਜਿਸ ਦੇ ਨਿਰਪੱਖ ਹੋਣ ਦੀਆਂ ਵੱਡੀਆਂ ਡੀਂਗਾਂ ਮਾਰੀਆਂ ਜਾਂਦੀਆਂ ਹਨ, ਉਹ ਅਸਲ ਵਿੱਚ ਭਾਰਤੀ ਹਾਕਮਾਂ ਦੀ ਕਠਪੁਤਲੀ ਬਣ ਕੇ ਕੰਮ ਕਰਦੀ ਹੈ। ਉਸ ਰਾਹੀਂ ਭਾਰਤੀ ਹਾਕਮ ਭਾਵੇਂ ਕਿਸੇ ਵੀ ਸ਼ਾਤਰ ਅਪਰਾਧੀ ਨੂੰ ਬਰੀ ਕਰਵਾ ਦੇਣ ਤੇ ਭਾਵੇਂ ਘੱਟ ਗਿਣਤੀ ਕੌਮਾਂ ਦੇ ਨੌਜਵਾਨਾਂ ਨੂੰ ਸਾਲਾਂ ਅਤੇ ਦਹਾਕਿਆਂ ਸੰਬੰਧੀ ਬਿਨਾਂ ਕਿਸੇ ਦੋਸ਼ ਅਤੇ ਸਬੂਤ ਜੇਲ੍ਹਾਂ ਵਿੱਚ ਬੰਦ ਕਰੀ ਰੱਖਣ। ਭਾਰਤ ਵਿੱਚ ਅਜਿਹਾ ਹੋ ਰਿਹਾ ਹੈ ਜਿਸ ਬਾਰੇ ਅਸੀਂ ਗਾਹੇ ਬਗਾਹੇ ਲਿਖਦੇ ਰਹਿੰਦੇ ਹਾਂ। ਹੁਣ ਇਸ ਤੱਥ ਉੱਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਾਂਚ ਏਜੰਸੀਆਂ ਨੇ ਮੋਹਰ ਲਾ ਦਿੱਤੀ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ। ਭਾਰਤੀ ਏਜੰਸੀਆਂ ਦੀ ਗੱਲ ਮੰਨ ਕੇ ਨਿਖਿਲ ਗੁਪਤਾ ਨੇ ਪੰਨੂ ਨੂੰ ਕਤਲ ਕਰਨ ਲਈ ਭਾੜੇ ਦੇ ਕਾਤਲ ਲੱਭਣੇ ਸ਼ੁਰੂ ਕੀਤੇ, ਪਰ ਇੱਥੇ ਭਾਰਤੀ ਏਜੰਸੀਆਂ ਨੂੰ ਕੈਨੇਡਾ ਵਰਗੀ ਸਫਲਤਾ ਨਾ ਮਿਲ ਸਕੀ। ਨਿਖਿਲ ਗੁਪਤਾ ਦਾ ਸੰਪਰਕ ਜਿਸ ਭਾੜੇ ਦੇ ਕਾਤਲਾਂ ਨਾਲ ਹੋਇਆ ਉਹ ਅਸਲ ਵਿੱਚ ਅਮਰੀਕੀ ਖੁਫੀਆ ਏਜੰਸੀ CIA ਦੇ ਏਜੰਟ ਸਨ। ਅਜਿਹੇ ਏਜੰਟ ਦੇਸ਼ ਵਿੱਚ ਸਰਗਰਮ ਅਪਰਾਧੀ ਤੱਤਾਂ ਦੇ ਵਿੱਚ ਰਹਿ ਕੇ ਜਾਸੂਸੀ ਕਰਦੇ ਅਤੇ ਕਈ ਸਾਜ਼ਿਸ਼ਾਂ ਨੂੰ ਨਾਕਾਮ ਕਰਦੇ ਹਨ। ਨਿਖਿਲ ਗੁਪਤਾ ਨੇ ਉਸ ਕਾਤਲ ਨਾਲ 1 ਲੱਖ ਅਮਰੀਕਨ ਡਾਲਰ ਵਿੱਚ ਸੌਦਾ ਤੈਅ ਕੀਤਾ। ਉਸ ਨੂੰ ਪੰਨੂ ਦੀਆਂ ਫੋਟੋਆਂ ਅਤੇ ਐਡਰੈਸ ਵੀ ਮੁਹੱਈਆ ਕਰਵਾਇਆ ਗਿਆ। ਐਡਵਾਂਸ $15,000 ਦਿੱਤੇ ਗਏ। ਇਹ ਡਾਲਰ ਦੇਣ ਸਮੇਂ ਭਾਰਤੀ ਏਜੰਸੀਆਂ ਦਾ ਏਜੰਟ ਗੁਪਤਾ ਕੈਮਰੇ ਵਿੱਚ ਕੈਦ ਵੀ ਕਰ ਲਿਆ ਗਿਆ। ਇਸ ਤੋਂ ਅੱਗੇ ਜੋ ਹੋਇਆ ਉਸ ਨਾਲ ਭਾਰਤੀ ਏਜੰਸੀਆਂ ਦੇ ਕਈ ਭੇਤ ਖੁੱਲ੍ਹ ਗਏ। ਪਹਿਲਾਂ ਤਾਂ ਜਦੋਂ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਆਇਆ ਤਾਂ ਨਿਖਿਲ ਗੁਪਤਾ ਨੇ ਭਾੜੇ ਦੇ ਕਾਤਲ ਨੂੰ ਕਿਹਾ ਕਿ ਮੋਦੀ ਦੇ ਦੌਰੇ ਸਮੇਂ ਕਤਲ ਨਹੀਂ ਕਰਨਾ ਕਿਉਂਕਿ ਇਸ ਕਤਲ ਨਾਲ ਕੁਦਰਤੀ ਹੈ ਕਿ ਸਿੱਖਾਂ ਵੱਲੋਂ ਪ੍ਰੋਟੈਸਟ ਹੋਣਗੇ, ਭਾਰਤੀ ਸਟੇਟ ਉਤੇ ਦੋਸ਼ ਲੱਗੇਗਾ ਅਤੇ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੇ ਹੋਣ ਕਾਰਨ ਮੁਸ਼ਕਲ ਪੇਸ਼ ਆ ਸਕਦੀ ਹੈ। ਪੱਤਰਕਾਰ ਸਵਾਲ ਪੁੱਛ ਸਕਦੇ ਹਨ। ਮੋਦੀ ਦੀ ਅਮਰੀਕਾ ਤੋਂ ਵਾਪਸੀ ਪਿੱਛੋਂ ਜਦੋਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਤਾਂ ਨਿਖਿਲ ਗੁਪਤਾ ਵੱਲੋਂ ਆਪਣੇ ਮੋਬਾਈਲ ਤੋਂ WhatsApp ਰਾਹੀਂ ਭਾਈ ਹਰਦੀਪ ਸਿੰਘ ਨਿੱਜਰ ਦੀ ਗੋਲੀਆਂ ਲੱਗਣ ਤੋਂ ਬਾਅਦ ਕਾਰ ਵਿੱਚ ਪਈ ਡੈੱਡ ਬੋਡੀ ਦੀ ਤਸਵੀਰ ਭਾੜੇ ਦੇ ਕਾਤਲ ਨੂੰ ਭੇਜੀ ਗਈ। ਨਾਲ ਹੀ ਇਹ ਸੁਨੇਹਾ ਵੀ ਲਾਇਆ ਗਿਆ ਕਿ ਅਸੀਂ ਅਜਿਹੇ ਹੋਰ ਵੀ ਕਤਲ ਕਰਨੇ ਹਨ, ਸੋ ਹੁਣ ਟਾਰਗੇਟ ਭਾਵ ਗੁਰਪਤਵੰਤ ਸਿੰਘ ਪੰਨੂ ਦਾ ਕਤਲ ਛੇਤੀ ਕੀਤਾ ਜਾਵੇ। ਮੋਬਾਈਲ ਵਿਚਲਾ ਇਹ ਸੁਨੇਹਾ ਇੱਕ ਪੁਖਤਾ ਸਬੂਤ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਵੀ ਭਾਰਤੀ ਏਜੰਸੀਆਂ ਨੇ ਹੀ ਕਰਵਾਇਆ ਹੈ।
ਇਹ ਸਬੂਤ ਹੁਣ ਨਿਖਿਲ ਗੁਪਤਾ ਦੇ ਮੋਬਾਈਲ ਵਿੱਚ ਕੈਦ ਹੈ, ਜਿਸ ਨੂੰ ਅਮਰੀਕਾ ਦੀ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਭਾਈ ਨਿੱਜਰ ਦੇ ਕਤਲ ਵਿੱਚ ਭਾਰਤੀ ਸਟੇਟ ਦਾ ਹੱਥ ਹੋਣ ਸੰਬੰਧੀ ਸੰਘ ਪਾੜ ਕੇ ਕੈਨੇਡਾ ਤੋਂ ਜਿਹੜੇ ਸਬੂਤ ਮੰਗੇ ਜਾ ਰਹੇ ਸਨ, ਉਹ ਸਬੂਤ ਖੁਦ ਬਖੁਦ ਦੁਨੀਆ ਸਾਹਮਣੇ ਆ ਗਏ ਹਨ। ਯਾਦ ਰੱਖਿਆ ਜਾਵੇ ਕਿ ਗੁਰਪਤਵੰਤ ਸਿੰਘ ਪੰਨੂ ਨੇ ਖਾਲਿਸਤਾਨ ਦੀ ਸਥਾਪਨਾ ਲਈ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਿੱਚ ਰੈਫਰੈਂਡਮ ਕਰਵਾਉਣ ਦੀ ਮੁਹਿੰਮ ਆਰੰਭੀ ਹੋਈ ਹੈ, ਜਿਸ ਤੋਂ ਭਾਰਤੀ ਸਰਕਾਰ ਬਹੁਤ ਔਖੀ ਹੈ। ਭਾਰਤੀ ਹਕੂਮਤ ਕਈ ਦੇਸ਼ਾਂ ਤੇ ਦਬਾਅ ਪਾ ਚੁੱਕੀ ਹੈ ਕਿ ਖਾਲਿਸਤਾਨ ਸੰਬੰਧੀ ਰੈਫਰੈਂਡਮ ਦੀਆਂ ਸਰਗਰਮੀਆਂ ਉੱਤੇ ਪਾਬੰਦੀ ਲਾਈ ਜਾਵੇ, ਪਰ ਹਰੇਕ ਦੇਸ਼ ਵੱਲੋਂ ਭਾਰਤ ਸਰਕਾਰ ਨੂੰ ਇਹ ਸਿੱਧਾ ਅਤੇ ਸਪਸ਼ਟ ਜਵਾਬ ਮਿਲਦਾ ਰਿਹਾ ਹੈ ਕਿ ਸਾਡੇ ਦੇਸ਼ ਵਿੱਚ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਰਨ ਜਾਂ ਰੈਫਰੈਂਡਮ ਕਰਾਉਣ ਤੇ ਪਾਬੰਦੀਆਂ ਨਹੀਂ ਲਾਈਆਂ ਜਾਂਦੀਆਂ। ਹੈਰਾਨੀ ਇਸ ਗੱਲ ਦੀ ਵੀ ਕਿ ਗੁਰਪਤਵੰਤ ਸਿੰਘ ਪੰਨੂ ਕੋਲ ਅਮਰੀਕਾ ਅਤੇ ਕੈਨੇਡਾ ਦੋਹਾਂ ਦੇਸ਼ਾਂ ਦੀ ਨਾਗਰਿਕਤਾ ਹੈ ਅਤੇ ਉਸ ਦੀ ਰਿਹਾਇਸ਼ ਅਮਰੀਕਾ ਵਿੱਚ ਹੈ, ਪਰ ਭਾਰਤੀ ਹਕੂਮਤ ਰੌਲਾ ਸਿਰਫ ਕੈਨੇਡਾ ਸਰਕਾਰ ਵਿਰੁੱਧ ਹੀ ਪਾਉਂਦੀ ਹੈ। ਹੁਣ ਅਮਰੀਕਾ ਦੇ ਦੋਸ਼ ਸਾਹਮਣੇ ਆਉਣ ਪਿੱਛੋਂ ਅਮਰੀਕਾ ਵਿਰੁੱਧ ਵੀ ਉਸ ਤਰ੍ਹਾਂ ਦੀ ਭਾਸ਼ਾ ਵਰਤਣ ਦੀ ਹਿੰਮਤ ਨਹੀਂ ਕੀਤੀ ਗਈ ਜਿਵੇਂ ਕੈਨੇਡਾ ਵਿਰੁੱਧ ਵਰਤੀ ਗਈ ਸੀ। ਜਾਣਕਾਰ ਕਹਿ ਰਹੇ ਹਨ ਕਿ ਮੋਦੀ ਕਿਆਂ ਦੀ ਇਜ਼ਰਾਈਲ ਨੂੰ ਰੋਲ ਮਾਡਲ ਮੰਨ ਕੇ ਆਪਣੀ ਖੁਫੀਆ ਏਜੰਸੀ ਰਾਹ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਚੁਣ ਕੇ ਕਤਲ ਕਰਨ ਦੀ ਰਣਨੀਤੀ ਦੀ ਪੁੱਠੀ ਗਿਣਤੀ ਆਰੰਭ ਹੋ ਗਈ ਹੈ। ਕਈ ਭਾਰਤੀ ਚੈਨਲ ਇਸ ਉੱਤੇ ਸਟੋਰੀਆਂ ਕਰ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹਨਾਂ ਸਟੋਰੀਆਂ ਵਿੱਚ ਗੁਰਪਤਵੰਤ ਸਿੰਘ ਪੰਨੂ ਅਤੇ ਹਰਦੀਪ ਸਿੰਘ ਨਿੱਜਰ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਅਸੀਂ ਤਾਂ ਜਾਣਦੇ ਹੀ ਹਾਂ ਕਿ ਸ਼ਾਂਤਮਈ ਤਰੀਕੇ ਨਾਲ ਆਪਣੇ ਕੌਮੀ ਹਿੱਤਾਂ ਦੀ ਗੱਲ ਕਰਨ ਵਾਲਾ ਹਰ ਸਿੱਖ ਅਤੇ ਮੁਸਲਮਾਨ ਵੀ ਭਾਰਤੀ ਹਕੂਮਤ ਲਈ ਅੱਤਵਾਦੀ ਹੁੰਦਾ ਹੈ। ਇਹ ਧੱਕੇਸ਼ਾਹੀ ਭਾਰਤ ਵਿੱਚ ਤਾਂ ਚੱਲ ਸਕਦੀ ਹੈ, ਪਰ ਬਾਹਰਲੇ ਦੇਸ਼ ਪੁੱਛਦੇ ਹਨ ਕਿ ਜੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ ਤਾਂ ਇਸ ਦਾ ਕੋਈ ਸਬੂਤ ਤਾਂ ਦਿਓ। ਪਰ ਭਾਰਤੀ ਸਟੇਟ ਅਤੇ ਇਸ ਦੀ ਗੋਦੀ ਵਿੱਚ ਬੈਠ ਕੇ ਕੰਮ ਕਰਦੇ ਟੀਵੀ ਚੈਨਲ ਸਬੂਤ ਕਿੱਥੋਂ ਦੇਣ? ਭਾਰਤ ਵਿੱਚ ਜੇ ਕੋਈ ਸਰਕਾਰ ਤੋਂ ਸਵਾਲ ਪੁੱਛ ਲਵੇ ਤਾਂ ਉਹ ਅੱਤਵਾਦੀ ਹੈ, ਜੇ ਕੋਈ ਮਨੁੱਖੀ ਹੱਕਾਂ ਦੀ ਗੱਲ ਕਰੇ ਤਾਂ ਉਹ ਅੱਤਵਾਦੀ ਹੈ। ਬਿਨਾਂ ਸ਼ੱਕ ਇਹ ਭਾਰਤੀ ਹਕੂਮਤ ਅਤੇ ਇਸ ਦੇ ਮੀਡੀਆ ਦੀ ਗੁੰਡਾਗਰਦੀ ਹੈ ਕਿ ਹਰੇਕ ਵਿਰੋਧੀ ਵਿਚਾਰਾਂ ਵਾਲੀ ਆਵਾਜ਼ ਨੂੰ ਅੱਤਵਾਦੀ ਆਖਿਆ ਵੀ ਜਾਂਦਾ ਹੈ ਅਤੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ। ਪਰ ਬਾਹਰਲੇ ਦੇਸ਼ਾਂ ਵਿੱਚ ਅਜਿਹੀ ਗੁੰਡਾਗਰਦੀ ਨਹੀਂ ਚੱਲ ਸਕਦੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਾਲਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਮੋਦੀ ਕਿਆਂ ਨੇ ਉਸ ਤਰ੍ਹਾਂ ਦੀਆਂ ਬੜਕਾਂ ਨਹੀਂ ਮਾਰੀਆਂ ਜਿਵੇਂ ਕੈਨੇਡਾ ਦੇ ਮਾਮਲੇ ਵਿੱਚ ਮਾਰੀਆਂ ਸਨ। ਭਾਰਤ ਸਰਕਾਰ ਨੇ ਇਸ ਰਿਪੋਰਟ ਦਾ ਖੰਡਨ ਵੀ ਨਹੀਂ ਕੀਤਾ, ਸਗੋਂ ਬਿਆਨ ਜਾਰੀ ਕੀਤਾ ਹੈ ਕਿ ਅਮਰੀਕਾ ਦੇ ਦੋਸ਼ਾਂ ਸੰਬੰਧੀ ਅਸੀਂ ਆਪਣੇ ਵੱਲੋਂ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਇਉਂ ਜਾਪਦਾ ਹੈ ਕਿ ਸਿਰ ਤੋਂ ਵਿਸ਼ਵ ਗੁਰੂ ਹੋਣ ਦਾ ਫਤੂਰ ਛੇਤੀ ਹੀ ਲੈ ਗਿਆ ਹੈ ਅਤੇ ਇਹ ਗੱਲ ਸਮਝ ਆ ਗਈ ਹੈ ਕਿ ਆਪਣੇ ਦੇਸ਼ ਦੀਆਂ ਹੱਦਾਂ ਦੇ ਅੰਦਰ ਉਹ ਘੱਟ ਗਿਣਤੀ ਕੌਮਾਂ ਨਾਲ ਜੋ ਮਰਜ਼ੀ ਧੱਕੇਸ਼ਾਹੀ ਕਰਨ, ਜ਼ੁਲਮ ਕਰਨ, ਤਸ਼ੱਦਦ ਕਰਨ ਜਾਂ ਕਤਲ ਕਰਨ, ਪਰ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਅਜਿਹਾ ਕੁਝ ਵੀ ਕਰਨਾ ਬਹੁਤ ਮਹਿੰਗਾ ਪੈਂਦਾ ਹੈ। ਸਿੱਖਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਵੇਲੇ ਸਿੱਖਾਂ ਦੇ ਸਾਹਮਣੇ ਅਜਿਹੇ ਸਾਜ਼ਗਾਰ ਮੌਕੇ ਅਕਾਲ ਪੁਰਖ ਨੇ ਪੈਦਾ ਕਰ ਦਿੱਤੇ ਹਨ। ਜਦੋਂ ਦੁਨੀਆ ਭਰ ਦੇ ਦੇਸ਼, ਆਜ਼ਾਦ ਸੰਸਥਾਵਾਂ ਅਤੇ ਮੀਡੀਆ ਸਿੱਖਾਂ ਨੂੰ ਭਾਰਤੀ ਸਟੇਟ ਦੇ ਜ਼ੁਲਮ ਤੋਂ ਪੀੜਤ ਇੱਕ ਧਿਰ ਵਜੋਂ ਦੇਖ ਰਿਹਾ ਹੈ ਅਤੇ ਸਮਝਣ ਦਾ ਯਤਨ ਕਰ ਰਿਹਾ ਹੈ, ਇਹ ਸਹੀ ਸਮਾਂ ਹੈ ਦੁਨੀਆ ਨੂੰ ਇਹ ਚੰਗੀ ਤਰ੍ਹਾਂ ਦੱਸਣ ਦਾ ਕਿ ਭਾਰਤੀ ਸਟੇਟ ਨੇ ਕਿਵੇਂ ਸਾਡੀ ਨਸਲਕੁਸ਼ੀ ਕੀਤੀ, ਕਿਵੇਂ ਸਾਡੀ ਜਵਾਨੀ ਨੂੰ ਥਾਣਿਆਂ ਵਿੱਚ ਕੋਹ ਕੇ ਮਾਰਿਆ ਅਤੇ ਕਿਵੇਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ। ਸਿੱਖਾਂ ਦੀ ਕੌਮੀ ਆਜ਼ਾਦੀ ਲਈ ਆਪਣਾ ਪੱਖ ਪ੍ਰਭਾਵਸ਼ਾਲੀ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖਣ ਦੀ ਲੋੜ ਹੈ। ਹਰੇਕ ਦੇਸ਼ ਵਿੱਚ ਉੱਥੋਂ ਦੇ ਸਿੱਖ, ਉੱਥੋਂ ਦੀਆਂ ਸਿੱਖ ਸੰਸਥਾਵਾਂ ਅੰਗਰੇਜ਼ੀ ਅਤੇ ਉੱਥੋਂ ਦੀ ਸਥਾਨਕ ਭਾਸ਼ਾ ਵਿੱਚ ਸਿੱਖਾਂ ਦਾ ਕੇਸ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ। ਜੇਕਰ ਅਸੀਂ ਅਜਿਹਾ ਨਾ ਕਰ ਸਕੇ ਤਾਂ ਫਿਰ ਇੱਕ ਸ਼ਾਇਰ ਦੇ ਸ਼ਬਦਾਂ ਵਿੱਚ ਉਹ ਅਣਹੋਣੀ ਹੋ ਜਾਵੇਗੀ ਕਿ बड़े गौर से सुन रहा था जमाना, हम ही सो गए दास्तां कहते कहते।